ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੜਾੜੈ ਰੂੜਾ ਹਰਿ ਜਿਉ ਸੋਈ, ਤਿਸ ਬਿਨ ਰਾਜਾ ਅਵਰ ਨਾ ਕੋਈ। ਅੜਾੜੈ ਗਾਰੁੜ ਤੁਮ ਸੁਣੋ, ਹਰਿ ਵਸੈ ਮਨ ਮਾਹਿ। ਗੁਰ ਪ੍ਰਸਾਦੀ ਹਰਿ ਪਾਈਐ, ਮਤ ਕੋ ਭਰਮ ਭੁਲਾਹਿ। ਸੋ ਸ਼ਾਹ ਸਾਚਾ ਜਿਸ ਹਰ ਧਨ ਰਾਸ, ਗੁਰਮੁਖ ਪੂਰਾ ਤਿਸ ਸ਼ਾਬਾਸ਼। ਰੂੜੀ ਬਾਣੀ ਹਰ ਪਾਇਆ, ਗੁਰ ਸ਼ਬਦੀ ਵਿਚਾਰ। ਆਪ ਗਿਆ ਦੁਖ ਕਟਿਆ, ਹਰ ਵਰ ਪਾਇਆ ਨਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਪ੍ਰਚਾਰਕ ਸੁਚੇਤਨਾ ਸਥਾਨ ਗਰੁੱਪ ਅਤੇ ਪ੍ਰਚਾਰਕ ਸੁਚੇਤਨਾ ਸਥਾਨ ਚੈਨਲ, ਜਿਨ੍ਹਾਂ ਦੇ ਰਾਹੀਂ ਆਪ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਗੁਰਮੁਖ ਪਿਆਰਿਆਂ ਪਾਸੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ ਓਅੰਕਾਰ ਦੀ ਵਿਆਖਿਆ ਸਰਵਣ ਕਰ ਰਹੇ ਹੋ। ਅੱਜ ਅਸੀਂ ਆਪ ਜੀ ਦੇ ਨਾਲ ਓਅੰਕਾਰ ਬਾਣੀ ਵਿੱਚੋਂ ਨੰਬਰ 47 ਅਤੇ 48 ਇਹਨਾਂ ਦੋ ਪੌੜੀਆਂ ਦੀ ਵਿਚਾਰ ਸਾਂਝੀ ਕਰਾਂਗੇ। ਪਹਿਲੀ ਪੌੜੀ ਵਿੱਚ ਸਤਿਗੁਰੂ ਨਾਨਕ ਪਾਤਸ਼ਾਹ ਜੀ ਉਸ ਪਰਮੇਸ਼ਰ ਦੀ ਵਡਿਆਈ ਬਖਸ਼ਿਸ਼ ਕਰਦੇ ਹਨ ਅਤੇ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਮਿਲਾਪ ਦਾ ਤਰੀਕਾ ਵੀ ਦੱਸਦੇ ਨੇ। ਇਹ ਵੀ ਦੱਸਦੇ ਹਨ ਕਿ ਐਸਾ ਪਰਮੇਸ਼ਰ ਵਾਹਿਗੁਰੂ ਪ੍ਰਾਪਤ ਕਿਵੇਂ ਹੁੰਦਾ ਹੈ, ਉਹ ਪਰਮੇਸ਼ਰ ਕੈਸਾ ਹੈ ਇਹ ਦੱਸਦੇ ਹਨ, ਅਤੇ ਉਹ ਪਰਮੇਸ਼ਰ ਮਿਲਦਾ ਕਿਵੇਂ ਹੈ ਸਾਨੂੰ ਇਹ ਦੱਸਦੇ ਹਨ। ਕਿਉਂਕਿ ਧਰਮ ਦੀ ਦੁਨੀਆ ਵਿੱਚ, ਰੂਹਾਨੀਅਤ ਦੀ ਦੁਨੀਆ ਵਿੱਚ ਇਹੀ ਦੋ ਵੱਡੇ ਸਵਾਲ ਹਨ ਕਿ ਰੱਬ ਕੀ ਹੈ ਅਤੇ ਉਹ ਮਿਲਦਾ ਕਿਵੇਂ ਹੈ। ਜਿਸ ਧਰਮ ਦੇ ਰਾਹ ਉੱਤੇ ਤੁਰੇ ਰਾਹੀ ਨੂੰ, ਜਿਸ ਰੂਹਾਨੀਅਤ ਵਿੱਚ ਥੋੜ੍ਹਾ ਜਿਹਾ ਵੀ ਅੱਗੇ ਵਧਣ ਵਾਲੇ ਨੂੰ ਕਿਤੇ ਇਹ ਦੋ ਸਵਾਲਾਂ ਦੇ ਜਵਾਬ ਮਿਲ ਜਾਣ ਤੇ ਲੱਗਦਾ ਕਿ ਉਹਦੇ ਜੋ ਆਤਮਿਕ ਤੌਰ 'ਤੇ ਕਈ ਉੱਠੇ ਸਵਾਲ ਨੇ ਉਹਨਾਂ ਦਾ ਨਿਬੇੜਾ ਹੋ ਸਕਦਾ ਹੈ। ਹੁਣ ਸਤਿਗੁਰੂ ਜੀ ਕੀ ਸਮਝਾਉਂਦੇ ਨੇ? ਅੜਾੜੈ ਰੂੜਾ ਹਰਿ ਜਿਉ ਸੋਈ। ਕਿਉਂਕਿ ਗੁਰੂ ਜੀ ਇੱਕ ਪਾਂਡੇ ਨੂੰ ਮੁਖਾਤਬ ਹੋ ਕੇ ਸਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਅੜਾੜੈ ਭਾਵ ਅੜਾੜੈ ਅੱਖਰ ਦੁਆਰਾ 35 ਜੋ ਅੱਖਰ ਹਨ ਪੰਜਾਬੀ ਭਾਸ਼ਾ ਦੇ, ਇਹ ਸਭ ਤੋਂ ਆਖਰੀ ਯਈਆ, ਰਾਰਾ, ਲੱਲਾ, ਵਾਵਾ, ਅੜਾੜਾ, ਇਹ 35ਵਾਂ ਅੱਖਰ ਹੈ। ਇਹਦੇ ਰਾਹੀਂ ਮਹਾਰਾਜ ਸਮਝਾਉਂਦੇ ਨੇ ਰੂੜਾ ਹਰਿ ਜਿਉ ਸੋਈ। ਰੂੜਾ ਸੁੰਦਰ, ਗੁਰੂ ਜੀ ਕਹਿੰਦੇ ਨੇ ਉਹ ਪ੍ਰਭੂ ਹੀ ਸਭ ਤੋਂ ਵਧੇਕ ਸੁੰਦਰ ਹੈ। ਇਸ ਤਰ੍ਹਾਂ ਦੇ ਬਚਨ ਬਾਣੀ ਵਿੱਚ ਬਹੁਤ ਥਾਵੇਂ ਆਉਂਦੇ ਨੇ। ਮਹਾਰਾਜ ਨੇ ਇੱਕ ਥਾਵੇਂ ਬਚਨ ਬਖਸ਼ਿਸ਼ ਕੀਤਾ ਹੈ, ਰੂੜੋ ਠਾਕੁਰ ਕਿਤੈ ਵਸ ਨ ਆਵੈ, ਜਾਂ ਰੂੜੋ ਮਨ ਹਰ ਰੰਗੋ ਲੋੜੈ, ਜਾਂ ਫਿਰ ਭਗਤ ਨਾਮਦੇਵ ਜੀ ਦਾ ਵੀ ਬਚਨ ਹੈ, ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਾਮਈਆ। ਰੂੜੋ ਦਾ ਅਰਥ ਹੁੰਦਾ ਹੈ ਸੁੰਦਰ, ਤੇ ਸੁੰਦਰ ਦਾ ਕੀ ਅਰਥ ਹੁੰਦਾ ਹੈ? ਸੁੰਦਰ ਦਾ ਅਰਥ ਹੁੰਦਾ ਹੈ ਮੁਕੰਮਲ। ਸੁੰਦਰ ਦਾ ਅਰਥ ਹੁੰਦਾ ਸੰਪੂਰਨ। ਸੁੰਦਰ ਦਾ ਅਰਥ ਹੁੰਦਾ ਹੈ ਜਿਸ ਵਿੱਚ ਕਿਸੇ ਪਾਸਿਓਂ ਵੀ ਕੋਈ ਕਮੀ, ਕੋਈ ਘਾਟ ਦਿਖਾਈ ਨਾ ਦੇਵੇ, ਉਸ ਨੂੰ ਕਹਿੰਦੇ ਨੇ ਸੁੰਦਰ। ਇਹ ਸੁੰਦਰਤਾ ਨਹੀਂ ਕਿ ਜੋ ਮੇਰੀਆਂ ਅੱਖਾਂ ਨੂੰ ਚੰਗਾ ਲੱਗਦਾ, ਮੈਂ ਕਹਾਂ ਇਹ ਵਿਅਕਤੀ ਬੜਾ ਸੁੰਦਰ, ਇਹ ਥਾਂ ਬੜੀ ਸੁੰਦਰ, ਇਹ ਇਮਾਰਤ ਬੜੀ ਸੁੰਦਰ। ਜੋ ਮੈਨੂੰ ਸੁੰਦਰ ਲੱਗਦਾ, ਜੋ ਮੇਰੀਆਂ ਅੱਖਾਂ ਨੂੰ ਚੰਗਾ ਲੱਗਦਾ, ਕੋਈ ਜ਼ਰੂਰੀ ਨਹੀਂ ਕਿਸੇ ਦੂਸਰੇ ਨੂੰ ਵੀ ਚੰਗਾ ਲੱਗੇ। ਇਹ ਕੋਈ ਜ਼ਰੂਰੀ ਨਹੀਂ ਹੈ। ਜਿਸ ਨੂੰ ਮੇਰੀਆਂ ਅੱਖਾਂ ਸੁੰਦਰ ਪ੍ਰਵਾਨ ਕਰ ਰਹੀਆਂ ਨੇ, ਕਿਸੇ ਦੂਸਰੇ ਦੀਆਂ ਅੱਖਾਂ ਵੀ ਉਸ ਨੂੰ ਸੁੰਦਰ ਹੀ ਪ੍ਰਵਾਨ ਕਰਨ, ਇਹ ਕੋਈ ਜ਼ਰੂਰੀ ਨਹੀਂ ਹੈ। ਇਸ ਲਈ ਸੁੰਦਰ ਦਾ ਅਰਥ ਹੈ ਮੁਕੰਮਲ, ਸੰਪੂਰਨ, ਉਕਾਈਹੀਣ। ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਹੀ ਸੁੰਦਰ ਹੈ, ਭਾਵ ਉਹੀ ਸੰਪੂਰਨ ਹੈ, ਉਕਾਈਹੀਣ ਹੈ।
ਉਸ ਵਿੱਚ ਕੋਈ ਕਮੀ ਨਹੀਂ ਹੈ, ਉਸ ਵਿੱਚ ਕੋਈ ਘਾਟ ਨਹੀਂ ਹੈ। ਇਸੇ ਕਰਕੇ ਹੀ ਸੁਖਮਨੀ ਸਾਹਿਬ ਦੀ 24ਵੀਂ ਅਸ਼ਟਪਦੀ ਦੀ ਆਰੰਭਤਾ ਮਹਾਰਾਜ ਨੇ ਇਸ ਸ਼ਲੋਕ ਤੋਂ ਕੀਤੀ ਨੇ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਹ ਪੂਰਨ ਹੈ, ਉਹ ਮੁਕੰਮਲ ਹੈ। ਫਿਰ ਗੁਰੂ ਜੀ ਕਹਿੰਦੇ ਨੇ ਦੂਸਰਾ ਗੁਣ ਉਸ ਵਿੱਚ ਕੀ ਹੈ? ਤਿਸ ਬਿਨ ਰਾਜਾ ਵਰ ਨਾ ਕੋਈ, ਉਸ ਤੋਂ ਬਿਨਾਂ ਹੋਰ ਕੋਈ ਭਾਵ ਉਸ ਦੇ ਬਰਾਬਰ ਦਾ ਹਾਕਮ ਨਹੀਂ ਹੈ। ਭਾਵ ਇੱਕ ਤੇ ਉਹ ਪ੍ਰਮਾਤਮਾ ਸੰਪੂਰਨ ਹੈ, ਮੁਕੰਮਲ ਹੈ, ਦੂਸਰਾ ਰਾਜਾ ਹੈ। ਰਾਜੇ ਦਾ ਕੀ ਅਰਥ ਹੁੰਦਾ ਹੈ? ਰਾਜੇ ਦਾ ਅਰਥ ਇਹ ਨਹੀਂ ਹੁੰਦਾ ਕਿ ਉਸ ਦੀ ਕੁਝ ਲੋਕਾਂ ਦੇ ਉੱਤੇ ਹਕੂਮਤ ਚੱਲ ਰਹੀ ਹੈ, ਉਹ ਧਰਤੀ ਦੇ ਕਿਸੇ ਹਿੱਸੇ ਦਾ ਮਾਲਕ ਹੈ। ਨਾ, ਰਾਜੇ ਦਾ ਅਰਥ ਹੁੰਦਾ ਸੁਤੰਤਰ। ਰਾਜੇ ਦਾ ਅਰਥ ਹੁੰਦਾ ਆਜ਼ਾਦ। ਰਾਜੇ ਦਾ ਅਰਥ ਹੁੰਦਾ ਜਿਸ ਦੇ ਸਿਰ ਉੱਤੇ ਕਿਸੇ ਦੂਸਰੇ ਦਾ ਕੋਈ ਹੁਕਮ ਨਾ ਚੱਲਦਾ ਹੋਵੇ, ਜੋ ਬਿਲਕੁਲ ਸੁਤੰਤਰ ਹੈ, ਉਸ ਨੂੰ ਰਾਜਾ ਕਹਿੰਦੇ ਨੇ। ਦੁਨੀਆ ਦੇ ਰਾਜੇ ਇਹ ਤੇ ਝੂਠੇ ਰਾਜੇ ਨੇ, ਇਹ ਤੇ ਡਰਦੇ ਹੋਏ ਰਾਜੇ ਨੇ। ਇਸੇ ਲਈ ਤੇ ਭਗਤ ਕਬੀਰ ਜੀ ਨੇ ਕਿਹਾ, ਕਉ ਹਰ ਸਮਾਨ ਹੀ ਰਾਜਾ। ਪਰਮਾਤਮਾ ਵਰਗਾ ਕੋਈ ਰਾਜਾ ਹੈ ਹੀ ਨਹੀਂ। ਬਾਕੀ ਤੇ ਸਭ ਰਾਜੇ ਗੁਲਾਮ ਨੇ। ਬਾਕੀ ਦੇ ਜਿੰਨੇ ਰਾਜੇ ਨੇ ਉਹਨਾਂ ਦੇ ਸਿਰ ਉੱਤੇ ਕੋਈ ਨਾ ਕੋਈ ਭਾਉ ਹੈ, ਕੋਈ ਨਾ ਕੋਈ ਡਰ ਹੈ। ਉਹ ਤਾਂ ਕਿਸੇ ਡਰ ਦੇ ਅਧੀਨ ਜੀ ਰਹੇ ਨੇ। ਲੇਕਿਨ ਪਰਮਾਤਮਾ ਅਸਲ ਰਾਜਾ ਹੈ। ਉਹਨੂੰ ਕਿਸੇ ਦਾ ਡਰ ਨਹੀਂ ਹੈ, ਉਹਦੇ ਸਿਰ ਉੱਤੇ ਕਿਸੇ ਦੀ ਹਕੂਮਤ ਨਹੀਂ ਹੈ। ਉਹ ਬਿਲਕੁਲ ਸੁਤੰਤਰ ਹੈ, ਬਿਲਕੁਲ ਆਜ਼ਾਦ ਹੈ। ਇੱਥੋਂ ਤੱਕ ਜਿੰਨੇ ਵੀ ਦੁਨੀਆ ਦੇ ਰਾਜੇ ਨੇ ਉਹਨਾਂ ਸਾਰਿਆਂ ਦਾ ਰਾਜਾ ਪਰਮਾਤਮਾ ਹੈ। ਮਹਾਰਾਜ ਕਹਿੰਦੇ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ, ਨਾਨਕ ਰਹਿਣ ਰਜਾਈ। ਉਹ ਪਾਤਸ਼ਾਹ ਹੈ, ਉਹ ਤੇ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਇਸ ਲਈ ਪਰਮਾਤਮਾ ਦੇ ਦੋ ਵੱਡੇ ਗੁਣ ਮਹਾਰਾਜ ਦੱਸੇ ਨੇ। ਮਹਾਰਾਜ ਕਹਿੰਦੇ ਨੇ ਪਰਮਾਤਮਾ ਕੀ ਹੈ, ਰੱਬ ਕੀ ਹੈ? ਉਹ ਮੁਕੰਮਲ ਹੈ, ਉਹ ਬਿਲਕੁਲ ਸੰਪੂਰਨ ਹੈ, ਉਹ ਬਿਲਕੁਲ ਆਜ਼ਾਦ ਹੈ, ਉਹ ਸੁਤੰਤਰ ਹੈ। ਗੁਰੂ ਜੀ ਕਹਿੰਦੇ ਨੇ ਉਹ ਕਿਵੇਂ ਸਾਨੂੰ ਮਿਲ ਸਕਦਾ ਹੈ? ਹੁਣ ਜਵਾਬ ਦਿੰਦੇ ਨੇ, ਅੜਾੜੈ ਗਾਰੁੜ ਤੁਮ ਸੁਣੋ, ਹਰ ਵਸੈ ਮਨ ਮਾਹਿ। ਗਾਰੁੜ ਮਨ ਰੂਪ ਸੱਪ ਨੂੰ ਕੀਲਣ ਵਾਲਾ ਮੰਤਰ। ਹੇ ਪਾਂਡੇ, ਤੂੰ ਮਨ ਨੂੰ ਵਸ ਕਰਨ ਦੇ। ਗੁਰ ਸ਼ਬਦ ਰੂਪ ਮੰਤਰ ਸੁਣ, ਇਸ ਨਾਲ ਇਹ ਪ੍ਰਭੂ ਮਨ ਵਿੱਚ ਆ ਵਸੇਗਾ। ਭਾਵ ਪਰਮਾਤਮਾ ਮਿਲਦਾ ਹੈ ਗੁਰੂ ਦੇ ਸ਼ਬਦ ਰਾਹੀਂ, ਕਿਉਂਕਿ ਸਾਡਾ ਮਨ ਰੂਪੀ ਸੱਪ ਜਿਹੜਾ ਉਸ ਪਰਮਾਤਮਾ ਦੇ ਨਾਲ ਸਾਨੂੰ ਮਿਲਣ ਨਹੀਂ ਦਿੰਦਾ। ਗੁਰਬਾਣੀ ਵਿੱਚ ਗੁਰੂ ਸ਼ਬਦ ਨੂੰ ਹੀ ਗਰੁੜ ਕਿਹਾ ਹੈ। ਬਿਖ ਕਾ ਮਾਰਨ ਹਰ ਨਾਮ ਹੈ, ਗੁਰ ਗਰੁੜ ਸ਼ਬਦ ਮੁਖ ਪਾਏ। ਗੁਰੂ ਦਾ ਸ਼ਬਦ ਹੀ ਗਰੁੜ ਹੈ। ਇਸ ਮਨ ਰੂਪੀ ਸੱਪ ਨੂੰ ਮਾਰਨ ਵਾਸਤੇ ਗੁਰੂ ਦਾ ਸ਼ਬਦ ਹੀ ਗਰੁੜ ਰੂਪੀ ਮੰਤਰ ਹੈ। ਭਾਵ ਗੁਰੂ ਦਾ ਸ਼ਬਦ ਹੀ ਸਾਡੇ ਮਨ ਦੇ ਵਿਕਾਰ, ਫੁਰਨੇ, ਸੰਕਲਪ, ਵਿਕਲਪ ਖਤਮ ਕਰ ਸਕਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਰਾਹੀਂ ਹੀ ਪਰਮਾਤਮਾ ਮਿਲਦਾ ਹੈ। ਪਰਮਾਤਮਾ ਦੇ ਮਿਲਣ ਦੇ ਵਿੱਚ ਇਹ ਮਨ ਬਹੁਤ ਵੱਡੀ ਰੁਕਾਵਟ ਹੈ। ਇਹ ਮਨ ਬਹੁਤ ਚਲਾਕ ਹੈ। ਇਹ ਮਨ ਬਹੁਤ ਸ਼ੈਤਾਨ ਹੈ। ਇਹ ਸਾਨੂੰ ਪਰਮਾਤਮਾ ਵਾਲੇ ਪਾਸੇ ਤੁਰਨ ਹੀ ਨਹੀਂ ਦਿੰਦਾ। ਸਤਿਗੁਰੂ ਜੀ ਨੇ ਬਾਣੀ ਵਿੱਚ ਵੀ ਸਮਝਾਇਆ, ਕਹਿਣ ਲੱਗੇ ਇਸ ਮਨ ਦੇ ਹੱਥੋਂ ਵੱਡੇ ਵੱਡੇ ਰਿਸ਼ੀ ਮੁਨੀ ਤਪਸਵੀ ਹਾਰ ਗਏ। ਸਤਿਗੁਰੂ ਦੇ ਬਚਨ ਨੇ, ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ, ਭਾਏ ਭਗਤ ਜਾ ਹੋਮੈ ਸੁਖ ਹੈ। ਸਿੱਧ ਸਾਧਕ ਮੋਨ ਧਾਰੀ ਰਹੇ ਲਿਵ ਲਾਏ, ਤਿੰਨ ਭੀ ਤਨ ਮਹਿ ਮਨ ਨਾ ਦਿਖਾ ਬਣਿਆ। ਵੱਡੇ ਵੱਡੇ ਸਮਾਧੀਆਂ ਲਾਉਣ ਵਾਲੇ ਸਿੱਧ, ਮੋਨੀ ਔਰ ਲੰਬੀਆਂ ਲੰਬੀਆਂ ਸਮਾਧੀਆਂ ਲਾਉਣ ਵਾਲੇ ਵੀ ਇਸ ਮਨ ਦੀਆਂ ਸ਼ੈਤਾਨੀਆਂ ਨੂੰ ਸਮਝ ਨਾ ਸਕੇ, ਇਹ ਮਨ ਦੀਆਂ ਚਲਾਕੀਆਂ ਨੂੰ ਸਮਝ ਨਾ ਸਕੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਖੁਦ ਕਹਿ ਦਿੱਤਾ, ਮਾਈ ਮਨ ਮੇਰੋ ਵਸ ਨਾ ਨਿਸ ਬਾਸਰ ਬਿਖਿਆਨ ਕੋ ਤਾਵਤ, ਕਿਹ ਵਿਦ ਰੋਕੋਂ ਤਾਹੇ। ਇਹ ਮਨ ਹਮੇਸ਼ਾ ਵਿਕਾਰਾਂ ਵੱਲ ਨੂੰ ਹੀ ਭੱਜਦਾ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਇਸ ਮਨ ਨੂੰ ਕਾਬੂ ਕਰਨ ਦਾ ਇੱਕੋ ਇੱਕ ਤਰੀਕਾ ਹੈ, ਉਹ ਹੈ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ। ਇਸ ਲਈ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਗੁਰੂ ਦੇ ਸ਼ਬਦ ਦੇ ਰਾਹੀਂ। ਮਹਾਰਾਜ ਨੇ ਐਸੇ ਬਚਨ ਸਾਨੂੰ ਬਾਣੀ ਵਿੱਚ ਬਖਸ਼ਿਸ਼ ਕੀਤੇ ਨੇ ਬਕਾਇਦਾ। ਮਹਾਰਾਜ ਕਹਿੰਦੇ ਨੇ ਘਟ ਘਟ ਰਵ ਰਿਹਾ ਬਨਵਾਰੀ,
ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਕਹਿਣ ਲੱਗੇ ਗੁਰੂ ਸ਼ਬਦ ਰਾਹੀਂ ਉਸ ਨੂੰ ਦੇਖਿਆ ਜਾ ਸਕਦਾ ਹੈ। ਇਸ ਲਈ ਮਹਾਰਾਜ ਅੱਗੇ ਫਿਰ ਕਿਰਪਾ ਕਰਦੇ ਨੇ। ਗੁਰ ਪ੍ਰਸਾਦੀ ਹਰ ਪਾਈਐ ਮਤ ਕੋ ਭਰਮ ਭੁਲਾਹਿ। ਮਤਾਂ ਪਰ ਮਤਾਂ ਕੋਈ ਕਿਸੇ ਭੁਲੇਖੇ ਵਿੱਚ ਪਏ ਕਿ ਪ੍ਰਭੂ ਗੁਰੂ ਤੋਂ ਬਿਨਾਂ ਪ੍ਰਾਪਤ ਹੋ ਸਕਦਾ ਹੈ। ਪ੍ਰਭੂ ਤਾਂ ਗੁਰੂ ਦੀ ਮਿਹਰ ਨਾਲ ਹੀ ਮਿਲਦਾ ਹੈ। ਭਾਵ ਗੁਰੂ ਤੋਂ ਬਿਨਾਂ, ਗੁਰੂ ਸ਼ਬਦ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਐਸੇ ਬਚਨ ਹੋਰ ਥਾਵੇਂ ਵੀ ਬਖਸ਼ਿਸ਼ ਕੀਤੇ ਹਨ। ਜਿੱਥੈ ਹਰ ਆਰਾਧੀਐ ਤਿੱਥੈ ਹਰ ਮਿਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦ ਲੈ ਨਾ ਜਾਈ। ਮਹਾਰਾਜ ਕਹਿੰਦੇ ਨੇ ਹੋਰ ਕੋਈ ਵਿਧੀ ਹੈ ਹੀ ਨਹੀਂ, ਕੋਈ ਹੋਰ ਤਰੀਕਾ ਹੈ ਹੀ ਨਹੀਂ। ਸਤਿਗੁਰੂ ਜੀ ਫਿਰ ਕਿਰਪਾ ਕਰਦੇ ਨੇ। ਸੋ ਸ਼ਾਹ ਸਾਚਾ ਜਿਸ ਹਰ ਧਨ ਰਾਸ। ਮਹਾਰਾਜ ਕਹਿੰਦੇ ਨੇ ਗੁਰੂ ਹੀ ਸੱਚਾ ਸ਼ਾਹ ਹੈ, ਜਿਸ ਦੇ ਪਾਸ ਗੁਰੂ ਪ੍ਰਭੂ ਦਾ ਨਾਮ ਰੂਪੀ ਪੂੰਜੀ ਹੈ। ਭਾਵ ਸਤਿਗੁਰੂ ਸੱਚਾ ਸ਼ਾਹ ਹੈ। ਪਿੰਡਾਂ ਦੇ ਵਿੱਚ ਸ਼ਾਹ ਹੁੰਦੇ ਸਨ ਜਿਹੜੇ ਸੂਦ ਤੇ ਪੈਸਾ ਦਿੰਦੇ ਸਨ। ਉਹ ਝੂਠੇ ਸ਼ਾਹ ਨੇ, ਝੂਠੇ ਸ਼ਾਹ। ਕਿਉਂਕਿ ਜੇ ਪੈਸਾ ਲੈਣ ਵਾਲੇ ਨੂੰ ਸ਼ਾਹ ਉੱਤੇ ਕੋਈ ਗਰਜ ਹੈ ਤਾਂ ਸ਼ਾਹ ਨੂੰ ਵੀ ਪੈਸਾ ਲੈਣ ਵਾਲੇ ਤੇ ਗਰਜ ਹੈ। ਦੋਨੋਂ ਇੱਕ ਦੂਸਰੇ ਦੇ ਅਧੀਨ ਨੇ। ਉਹਨੂੰ ਉਹਦੀ ਲੋੜ ਹੈ, ਉਹਨੂੰ ਉਹਦੀ ਲੋੜ ਹੈ। ਉਹ ਉਹਦੇ ਤੋਂ ਬਿਨਾਂ ਕੱਖ ਦਾ ਨਹੀਂ, ਉਹ ਉਹਦੇ ਤੋਂ ਬਿਨਾਂ ਕੱਖ ਦਾ ਨਹੀਂ। ਪਰ ਇੱਥੇ ਸਤਿਗੁਰੂ ਸੱਚਾ ਸ਼ਾਹ ਹੈ, ਕਿਉਂਕਿ ਸਤਿਗੁਰੂ ਨੂੰ ਕਿਸੇ ਉੱਤੇ ਵੀ ਕੋਈ ਗਰਜ ਨਹੀਂ ਹੈ। ਸਤਿਗੁਰੂ ਜੋ ਦਿੰਦਾ ਹੈ ਉਹ ਦਾਨ ਵਿੱਚ ਦਿੰਦਾ ਹੈ। ਸਤਿਗੁਰੂ ਜੋ ਦਿੰਦਾ ਹੈ ਉਹ ਨਿਰਲਾਲਚ ਦਿੰਦਾ ਹੈ, ਉਹ ਗਰਜ ਰਹਿਤ ਦਿੰਦਾ ਹੈ। ਇਸ ਲਈ ਸਤਿਗੁਰੂ ਸੱਚਾ ਸ਼ਾਹ ਹੈ। ਮਹਾਰਾਜ ਨੇ ਇਸ ਦੀ ਵਿਆਖਿਆ ਆਸਾ ਰਾਗ ਦੇ ਵਿੱਚ ਕੀਤੀ ਹੋਈ ਹੈ। ਮਹਾਰਾਜ ਕਹਿੰਦੇ ਨੇ ਹਰ ਅੰਮ੍ਰਿਤ ਭਗਤ ਭੰਡਾਰ ਹੈ। ਗੁਰ ਸਤਿਗੁਰ ਪਾਸੇ ਰਾਮ ਰਾਜੇ। ਗੁਰ ਸਤਿਗੁਰ ਸੱਚਾ ਸ਼ਾਹ ਹੈ, ਸਿੱਖ ਦੇ ਹਰ ਰਾਸੇ। ਇਸ ਲਈ ਮਹਾਰਾਜ ਕਹਿੰਦੇ ਨੇ ਸੱਚਾ ਸ਼ਾਹ ਤੇ ਸਤਿਗੁਰੂ ਹੈ, ਜਿਸ ਦੇ ਕੋਲ ਭਾਈ ਹਰੀ ਨਾਮ ਧਨ ਦੀ ਪੂੰਜੀ ਹੈ, ਜਿਸ ਕੋਲ ਰੱਬੀ ਗੁਣਾਂ ਦੀ ਪੂੰਜੀ ਹੈ। ਇਹ ਰੱਬੀ ਗੁਣ ਸਤਿਗੁਰੂ ਹੀ ਸਿੱਖ ਨੂੰ ਬਖਸ਼ਿਸ਼ ਕਰਦਾ ਹੈ, ਕਿਉਂਕਿ ਉਹ ਰੱਬੀ ਗੁਣ ਸਤਿਗੁਰੂ ਜਦੋਂ ਸਿੱਖ ਨੂੰ ਬਖਸ਼ਿਸ਼ ਕਰ ਦਿੰਦਾ, ਉਹ ਚੰਗੇ ਗੁਣ ਸਿੱਖ ਨੂੰ ਬਖਸ਼ਿਸ਼ ਕਰ ਦਿੰਦਾ, ਬਸ ਫੇਰ ਹੀ ਭਗਤੀ ਹੋ ਸਕਦੀ ਹੈ। ਕਿਉਂਕਿ ਗੁਣਾਂ ਤੋਂ ਬਿਨਾਂ ਭਗਤੀ ਹੋ ਨਹੀਂ ਸਕਦੀ। ਉਹ ਕਿਹੜਾ ਹਰਤਨ ਹੈ? ਉਹ ਰੱਬੀ ਗੁਣਾਂ ਦਾ ਹਰਤਨ ਹੈ। ਉਹ ਕਿਹੜੀ ਪੂੰਜੀ ਹੈ? ਉਹ ਰੱਬੀ ਗੁਣਾਂ ਦੀ ਪੂੰਜੀ ਹੈ। ਮਹਾਰਾਜ ਕਹਿੰਦੇ ਨੇ ਬਿਨ ਗੁਰ ਗੁਣ ਨਾ ਜਪਨੀ, ਬਿਨ ਗੁਣ ਭਗਤ ਨਾ ਹੋਏ। ਗੁਰੂ ਤੋਂ ਬਿਨਾਂ ਉਹ ਗੁਣ ਜਾਣੇ ਨਹੀਂ ਜਾ ਸਕਦੇ ਤੇ ਗੁਣਾਂ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਹੋ ਨਹੀਂ ਸਕਦੀ। ਇਸ ਲਈ ਸਤਿਗੁਰੂ ਸੱਚਾ ਸ਼ਾਹ ਹੈ, ਜਿਹੜਾ ਸਾਨੂੰ ਹਰੀ ਧਨ ਭਾਵ ਰੱਬੀ ਗੁਣ, ਚੰਗੇ ਗੁਣ, ਸਤ ਸੰਤੋਖ, ਧੀਰਜ, ਧਰਮ, ਵਿਚਾਰ, ਖਿਮਾ, ਸ਼ਾਂਤੀ, ਨਿਮਰਤਾ, ਸਦਭਾਵਨਾ, ਆਪਸੀ ਪਿਆਰ ਇਤਿਆਦਿਕ ਚੰਗੇ ਗੁਣ ਬਖਸ਼ਿਸ਼ ਕਰਦਾ ਹੈ। ਬਸ ਇਹੀ ਸਾਡਾ ਅਸਲੀ ਧਨ ਹੈ। ਗੁਰੂ ਜੀ ਕਹਿੰਦੇ ਨੇ ਗੁਰਮੁਖ ਪੂਰਾ ਤਿਸ ਸ਼ਾਬਾਸ਼। ਭਾਈ ਗੁਰੂ ਹੀ ਪੂਰਨ ਪੁਰਖ ਹੈ, ਗੁਰੂ ਨੂੰ ਹੀ ਧੰਨ ਧੰਨ ਆਖੋ, ਸਭ ਧੰਨ ਕਹੋ। ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕਜਿਆ। ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ। ਰੂੜੀ ਸੁੰਦਰ ਜਿਸ ਕਿਸੇ ਨੂੰ ਮਿਲਿਆ ਹੈ ਸਤਿਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ ਹੀ, ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਹੀ ਪ੍ਰਭੂ ਮਿਲਿਆ ਹੈ। ਬਾਣੀ ਕਹਿ ਲਓ, ਸ਼ਬਦ ਕਹਿ ਲਓ, ਅਰਥ ਤੇ ਇੱਕ ਹੀ ਹੈ। ਰੂੜੀ ਬਾਣੀ, ਮੁਕੰਮਲ ਬਾਣੀ, ਸੰਪੂਰਨ ਬਾਣੀ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ, ਜਿਸ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਹੈ ਹੀ ਨਹੀਂ, ਘਾਟ ਹੈ ਹੀ ਨਹੀਂ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾ ਹੈ। ਗੁਰਬਾਣੀ ਸੰਪੂਰਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਪੂਰਨ ਹੈ। ਇਸੇ ਲਈ ਬਾਣੀ ਨੂੰ ਗੁਰੂ ਕਿਹਾ ਹੈ। ਗੁਰੂ ਪੂਰਨ ਹੈ, ਗੁਰਬਾਣੀ ਪੂਰਨ ਹੈ, ਪਰਮਾਤਮਾ ਪੂਰਨ ਹੈ। ਇਹ ਗੁਰੂ ਰੂਪੀ ਬਾਣੀ ਪੂਰਨ ਹੈ, ਮੁਕੰਮਲ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਜਿਸ ਨੇ ਵੀ ਪਾਇਆ ਹੈ ਇਸ ਗੁਰੂ ਦੀ ਬਾਣੀ ਦੇ ਰਾਹੀਂ ਹੀ ਪਰਮਾਤਮਾ ਨੂੰ ਪਾਇਆ ਹੈ।
ਗੁਰੂ ਸ਼ਬਦ ਦੀ ਵਿਚਾਰ ਕਰਕੇ ਹੀ ਪਰਮਾਤਮਾ ਨੂੰ ਪਾਇਆ ਹੈ। ਗੁਰੂ ਸ਼ਬਦ ਦੀ ਵਿਚਾਰ ਕਰਾਂਗੇ ਤਾਂ ਪਰਮਾਤਮਾ ਦੇ ਨੇੜੇ ਹੁੰਦੇ ਜਾਵਾਂਗੇ। ਗੁਰੂ ਸ਼ਬਦ ਦੀ ਵਿਚਾਰ ਕਰਦੇ ਕਰਦੇ ਪਤਾ ਵੀ ਨਹੀਂ ਲੱਗੇਗਾ ਜਦੋਂ ਉਸ ਪਰਮਾਤਮਾ ਰੂਪੀ ਸਾਗਰ ਦੇ ਵਿੱਚ ਸਮਾ ਜਾਵਾਂਗੇ। ਗੁਰੂ ਜੀ ਕਹਿੰਦੇ ਨੇ, ਆਪ ਗਿਆ ਦੁੱਖ ਕੱਟਿਆ ਹਰ ਵਰ ਪਾਇਆ ਨਾਰ। ਆਪ ਆਪਾ ਭਾਵ ਵਰ ਖਸਮ, ਨਾਰ ਜੀਵ ਇਸਤਰੀ ਨੇ। ਸਤਿਗੁਰੂ ਜੀ ਕਹਿੰਦੇ ਨੇ, ਗੁਰ ਸ਼ਬਦ ਦੀ ਰਾਹੀਂ ਜਿਸ ਦਾ ਆਪਾ ਭਾਵ ਦੂਰ ਹੋਇਆ ਹੈ, ਹਉਮੈ ਦਾ ਦੁੱਖ ਕੱਟਿਆ ਗਿਆ ਹੈ, ਉਸ ਜੀਵ ਇਸਤਰੀ ਨੇ ਪ੍ਰਭੂ ਖਸਮ ਲੱਭ ਲਿਆ ਹੈ। ਅਰਥਾਤ ਸਤਿਗੁਰੂ ਜੀ ਨੇ ਆਖਰੀ ਤੁਕ ਵਿੱਚ ਸਾਰੇ ਪਦ ਦਾ ਨਿਚੋੜ ਸਾਨੂੰ ਸਮਝਾਇਆ ਹੈ। ਕਹਿਣ ਲੱਗੇ, ਗੁਰੂ ਸ਼ਬਦ ਦੇ ਰਾਹੀਂ ਜਦੋਂ ਸਾਡੇ ਅੰਦਰੋਂ ਆਪਾ ਭਾਵ ਮਰ ਗਿਆ, ਜਦੋਂ ਗੁਰੂ ਦੀ ਬਾਣੀ ਦੀ ਰਾਹੀਂ ਸਾਡੇ ਅੰਦਰੋਂ ਆਪਣਤ ਮਰ ਗਏ, ਨਾਨਕ ਹਉਮੈ ਸ਼ਬਦ ਜਲਾਏ। ਜਦੋਂ ਸ਼ਬਦ ਨੇ ਹਉਮੈ ਨੂੰ ਸਾੜ ਸੁੱਟਿਆ, ਹਉਮੈ ਨੇ ਜਦੋਂ ਸ਼ਬਦ ਨੇ ਹਉਮੈ ਨੂੰ ਨਸ਼ਟ ਕਰ ਦਿੱਤਾ, ਬਸ ਮਹਾਰਾਜ ਕਹਿੰਦੇ ਉਹ ਜਿਹੜਾ ਅਸਲੀ ਦੁੱਖ ਸੀ ਨਾ, ਉਹ ਕੱਟਿਆ ਗਿਆ। ਪਰਮਾਤਮਾ ਦੇ ਮਿਲਾਪ ਵਿੱਚ ਉਹ ਜੋ ਆਪਾਪਨ, ਆਪਣਤ, ਹਉ ਵੱਡਾ ਦੁੱਖ ਬਣਿਆ ਹੋਇਆ ਸੀ, ਉਹ ਕੱਟਿਆ ਗਿਆ, ਨਿਕਲ ਗਿਆ। ਵੱਡਾ ਸੰਕਟ ਟਲ ਗਿਆ। ਹਰ ਵਰ ਪਾਇਆ ਨਾਰ। ਹੁਣ ਇਸ ਜੀਵ ਇਸਤਰੀ ਨੇ ਪਰਮਾਤਮਾ ਨੂੰ ਪਾ ਲਿਆ ਹੈ। ਇਸ ਪਦ ਵਿੱਚ ਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਹੇ ਭਾਈ, ਪਰਮਾਤਮਾ ਸੁੰਦਰ ਹੈ, ਭਾਵ ਮੁਕੰਮਲ ਹੈ, ਸੰਪੂਰਨ ਹੈ। ਉਸ ਵਿੱਚ ਕਿਸੇ ਪੱਖ ਤੋਂ ਕੋਈ ਵੀ ਕਮੀ ਨਹੀਂ ਹੈ। ਔਰ ਪਰਮਾਤਮਾ ਸੁਤੰਤਰ ਹੈ, ਉਹ ਸਾਰਿਆਂ ਦਾ ਰਾਜਾ ਹੈ, ਉਹ ਸਾਰਿਆਂ ਦਾ ਪਾਤਸ਼ਾਹ ਹੈ। ਲੇਕਿਨ ਐਸੇ ਪਰਮਾਤਮਾ ਨੂੰ ਗੁਰੂ ਸ਼ਬਦ ਦੇ ਰਾਹੀਂ ਹੀ ਪਾਇਆ ਜਾ ਸਕਦਾ ਹੈ। ਗੁਰੂ ਸ਼ਬਦ ਦੇ ਰਾਹੀਂ ਹੀ ਐਸੇ ਪਰਮਾਤਮਾ ਦਾ ਮਿਲਣ ਹੋ ਸਕਦਾ ਹੈ। ਲੇਕਿਨ ਗੁਰੂ ਸ਼ਬਦ ਪਰਮਾਤਮਾ ਨਾਲ ਮਿਲਾਉਂਦਾ ਕਿਵੇਂ ਹੈ? ਗੁਰੂ ਜੀ ਕਹਿੰਦੇ ਨੇ, ਗੁਰੂ ਸ਼ਬਦ ਦੇ ਰਾਹੀਂ ਆਪਣਤ ਕੱਟੀ ਜਾਂਦੀ ਹੈ, ਆਪਾ ਭਾਵ ਕੱਟਿਆ ਜਾਂਦਾ ਹੈ, ਅਹੰ ਕੱਟੀ ਜਾਂਦੀ ਹੈ, ਹੰਕਾਰ ਦਾ ਵਿਨਾਸ਼ ਹੁੰਦਾ ਹੈ। ਬਸ ਜਦੋਂ ਇਹ ਹਉਮੈ ਰੂਪੀ ਦੁੱਖ ਕੱਟਿਆ ਜਾਂਦਾ ਹੈ, ਉਦੋਂ ਹੀ ਉਹ ਹਰੀ ਵਰ ਦੀ ਪ੍ਰਾਪਤੀ ਹੁੰਦੀ ਹੈ, ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਜੀ ਨੇ ਇਸ ਪਹਿਲੇ ਪਦ ਵਿੱਚ ਹੀ ਸਮਝਾਇਆ ਹੈ। ਹੁਣ ਦੂਸਰੇ ਪਦ ਵਿੱਚ ਕੀ ਸਮਝਾਉਂਦੇ ਹਨ? ਸਭ ਤੋਂ ਪਹਿਲੇ ਉਸ ਦਾ ਪਾਠ ਸਰਵਣ ਕਰੀਏ। ਸੋਏ ਨਾ ਰੂਪਾ ਸੰਚੀਐ ਧਨ ਕਾਚਾ ਬਿਖ ਛਾਰ। ਸ਼ਾਹ ਸਦਾਏ ਸੰਚ ਧਨ ਦੁਬਦਾ ਹੋਏ ਖੁਆਰ। ਸਚਿਆਰੀ ਸੱਚ ਸੰਚਿਆ ਸਾਚੋ ਨਾਮ ਅਮੋਲ। ਹਰ ਨਿਰਮਾਇਲ ਉਜਲੋ ਪਤ ਸਾਚੀ ਸੱਚ ਬੋਲ। ਸਾਜਨ ਮੀਤ ਸੁਜਾਨ ਤੂੰ, ਤੂੰ ਸਰਵਰ ਤੂੰ ਹੰਸ। ਸਾਚੋ ਠਾਕੁਰ ਮਨ ਵਸੈ ਹਉ ਬਲਿਹਾਰੀ ਤਿਸ। ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ। ਵਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖ ਸੁਜਾਨ। ਨੰਬਰ 48 ਦੇ ਪਦ ਵਿੱਚ ਸਤਿਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਹਜ਼ੂਰ ਕਹਿੰਦੇ ਨੇ, ਸੋਇਨਾ ਰੂਪਾ ਸੰਚੀਐ ਧਨ ਕਾਚਾ ਬਿਖ ਛਾਰ। ਰੂਪਾ ਚਾਂਦੀ, ਸੰਚੀਐ ਇਕੱਠਾ ਕਰੀਦਾ ਹੈ, ਬਿਖ ਵਿਹੋ ਜ਼ਹਿਰ, ਛਾਰ ਸਵਾਹ ਵਿਅਰਥ। ਹਜ਼ੂਰ ਕਹਿੰਦੇ ਨੇ, ਆਮ ਤੌਰ ਤੇ ਜਗਤ ਵਿੱਚ ਸੋਨਾ ਚਾਂਦੀ ਹੀ ਇਕੱਠਾ ਕਰੀਦਾ ਹੈ। ਸੋਇਨਾ ਰੂਪਾ ਸੰਚੀਐ ਧਨ ਕਾਚਾ ਬਿਖ ਛਾਰ। ਪਰ ਇਹ ਧਨ ਹੋਛਾ ਹੈ, ਵਿਉ ਰੂਪ ਭਾਵ ਦੁਖਦਾਈ ਹੈ, ਤੁੱਛ ਹੈ। ਅਰਥਾਤ ਗੁਰੂ ਜੀ ਸਮਝਾਉਂਦੇ ਨੇ ਕਿ ਮਨੁੱਖਾ ਜੀਵਨ ਵਿੱਚ ਸਾਡੀ ਇਸੇ ਪਾਸੇ ਦੌੜ ਲੱਗੀ ਹੋਈ ਹੈ। ਵੱਧ ਤੋਂ ਵੱਧ ਸੋਨਾ ਇਕੱਠਾ ਕਰ ਦਈਏ, ਚਾਂਦੀ ਇਕੱਠੀ ਕਰ ਦਈਏ, ਭਾਵ ਦੁਨਿਆਵੀ ਪਦਾਰਥ ਵੱਧ ਤੋਂ ਵੱਧ ਇਕੱਠੇ ਕਰ ਲਈਏ। ਸਤਿਗੁਰੂ ਜੀ ਨੇ ਬਾਣੀ ਵਿੱਚ ਇੱਕ ਥਾਵੇਂ ਬੜਾ ਸੁੰਦਰ ਬਚਨ ਬਖਸ਼ਿਸ਼ ਕੀਤਾ ਹੈ। ਮਹਾਰਾਜ ਕਹਿੰਦੇ ਨੇ, ਸੋਇਨਾ ਰੂਪਾ ਪਾਪ ਕਰ ਕਰ ਸੰਚੀਐ। ਚੱਲੇ ਨਾ ਚਲਦਿਆਂ ਨਾਲ। ਮਨੁੱਖ ਸੋਨਾ ਚਾਂਦੀ ਪਾਪ ਕਰ ਕਰਕੇ ਇਕੱਠੀ ਕਰਦਾ ਹੈ। ਪਾਪ ਕਰ ਕਰਕੇ, ਝੂਠ ਬੋਲ ਕੇ, ਬੇਈਮਾਨੀ ਨਾਲ, ਕਿਸੇ ਦਾ ਕਤਲ ਕਰਕੇ। ਸਤਿਗੁਰੂ ਜੀ ਕਹਿੰਦੇ ਨੇ, ਭਲਿਆ ਇਹ ਤੇ ਧਨ ਕੱਚਾ ਹੈ, ਇਹ ਤੇ ਤੂੰ ਜ਼ਹਿਰ ਹੀ ਇਕੱਠੀ ਕਰੀ ਜਾ ਰਿਹਾ ਹੈ, ਇਹ ਤੇ ਤੂੰ ਸਵਾਹ ਹੀ ਇਕੱਠੀ ਕਰੀ ਜਾ ਰਿਹਾ ਹੈ। ਸਤਿਗੁਰੂ ਜੀ ਸਮਝਾਉਂਦੇ ਨੇ, ਸ਼ਾਹ ਸਦਾਏ ਸੰਚ ਧਨ ਦੁਬਦਾ ਹੋਏ ਖੁਆਰ। ਸੰਚ ਇਕੱਠਾ ਕਰਕੇ, ਜੋੜ ਕੇ, ਦੁਬਦਾ ਦੁਚਿੱਤਾਪਨ ਵਿਤਕਰਾ।
ਜੋ ਮਨੁੱਖ ਇਹ ਧਨ ਜੋੜ ਕੇ ਆਪਣੇ ਆਪ ਨੂੰ ਸ਼ਾਹ ਸਦਾਉਂਦਾ ਹੈ, ਉਹ ਮੇਰ ਤੇਰ ਵਿੱਚ ਦੁਖੀ ਹੁੰਦਾ ਹੈ। ਭਾਵ ਜਿਹੜਾ ਸੋਨਾ ਰੂਪਾ ਦੁਨਿਆਵੀ ਧਨ ਪਦਾਰਥ ਇਕੱਠਾ ਕਰਕੇ ਆਪਣੇ ਆਪ ਨੂੰ ਸ਼ਾਹ ਸਦਾਉਂਦਾ ਹੈ, ਕਹਿੰਦਾ ਮੈਂ ਹੁਣ ਸ਼ਾਹ ਹਾਂ, ਮੈਂ ਦੂਸਰਿਆਂ ਦੀਆਂ ਗਰਜਾਂ ਪੂਰੀਆਂ ਕਰਦਾ ਹਾਂ, ਪਰ ਮਹਾਰਾਜ ਕਹਿੰਦੇ ਨੇ ਦੁਬਿਧਾ ਵਿੱਚ ਖੱਜਲ ਹੀ ਹੁੰਦਾ ਹੈ। ਦੁਬਿਧਾ ਕੀ ਹੈ? ਧਨਪਤੀ ਦੇ ਅੰਦਰ ਦੁਬਿਧਾ ਹੁੰਦੀ ਹੈ। ਉਹ ਕਿਸੇ ਨਾਲ ਚੰਗਾ ਵਿਤਕਰਾ ਕਰਦਾ, ਉਹ ਕਿਸੇ ਨਾਲ ਚੰਗਾ ਵਰਤਾਓ ਕਰਦਾ, ਕਿਸੇ ਨਾਲ ਬੁਰਾ ਵਰਤਾਓ ਕਰਦਾ। ਦੁਨਿਆਵੀ ਧਨ ਇਕੱਠਾ ਕਰਨ ਵਾਸਤੇ ਜਾਂ ਦੁਨਿਆਵੀ ਧਨ ਖਰਚਣ ਵਾਸਤੇ ਦੋ ਤਰ੍ਹਾਂ ਦੀ ਜ਼ਿੰਦਗੀ ਬਣਾਉਣੀ ਹੀ ਪੈਂਦੀ ਹੈ। ਕਿਤੇ ਨਿਭਣਾ ਪੈਂਦਾ ਹੈ, ਕਿਤੇ ਕਿਸੇ ਨੂੰ ਨਿਭਾਉਣਾ ਪੈਂਦਾ ਹੈ, ਕਿਤੇ ਪੁੰਨ ਕਰਨਾ ਪੈਂਦਾ ਹੈ ਤੇ ਕਿਤੇ ਪਾਪ ਕਰਨਾ ਪੈਂਦਾ ਹੈ, ਕਿਤੇ ਕੌੜਾ ਬੋਲਣਾ ਪੈਂਦਾ ਹੈ, ਕਿਤੇ ਮਿੱਠਾ ਬੋਲਣਾ ਪੈਂਦਾ ਹੈ, ਕਿਤੇ ਨਿਮਰਤਾ ਦਿਖਾਉਣੀ ਪੈਂਦੀ ਹੈ ਤੇ ਕਿਤੇ ਕ੍ਰੋਧ ਦਿਖਾਉਣਾ ਪੈਂਦਾ ਹੈ। ਬਸ ਦੋ ਵਿਧੀਆਂ ਵਾਲਾ ਜੀਵਨ, ਦੋ ਤਰੀਕਿਆਂ ਵਾਲਾ ਜੀਵਨ, ਦੋ ਤਰ੍ਹਾਂ ਦਾ ਜੀਵਨ ਮਾਇਆਧਾਰੀ ਦੁਬਿਧਾ ਦੇ ਵਿੱਚ ਜੀਵਦਾ ਹੈ। ਕਿਤੇ ਨਿਭਦਾ ਹੈ, ਕਿਤੇ ਨਿਭਾਉਂਦਾ ਹੈ, ਕਿਤੇ ਝੂਠ ਬੋਲਦਾ ਹੈ, ਕਿਤੇ ਸੱਚ ਬੋਲਦਾ ਹੈ, ਕਿਤੇ ਦਾਨ ਕਰਦਾ ਦਿਸਦਾ ਹੈ, ਕਿਤੇ ਲੁੱਟ ਮਾਰ ਕਰਦਾ ਦਿਸਦਾ ਹੈ, ਕਿਤੇ ਧਰਮੀ ਬਣਿਆ ਦਿਸਦਾ ਹੈ, ਕਿਤੇ ਜ਼ਾਲਮ ਬਣਿਆ ਦਿਸਦਾ ਹੈ। ਬਸ ਮਹਾਰਾਜ ਕਹਿੰਦੇ ਨੇ ਜਿਸਨੇ ਸੋਨਾ ਚਾਂਦੀ ਦੁਨਿਆਵੀ ਪਦਾਰਥ ਇਕੱਠੇ ਕੀਤੇ ਨੇ ਤੇ ਆਪਣੇ ਆਪ ਨੂੰ ਠੀਕ ਹੈ ਸ਼ਾਹ ਸਦਾਉਂਦਾ ਹੈ, ਪਰ ਉਹ ਤੇ ਦੁਬਿਧਾ ਵਿੱਚ ਹੈ। ਉਹ ਤੇ ਦੋ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾ ਹੈ, ਇਸ ਵਿੱਚ ਹੀ ਖੱਜਲ ਹੋ ਰਿਹਾ ਹੈ। ਪਰ ਹੁਣ ਅਸਲੀ ਗੱਲ ਗੁਰੂ ਜੀ ਸਮਝਾਉਂਦੇ ਨੇ, ਸਚਿਆਰੀ ਸੱਚ ਸੰਚਿਆ ਸਾਚੋ ਨਾਮ ਮੋਰ। ਸਚਿਆਰੀ ਸੱਚ ਦੇ ਵਣਜਾਰਿਆਂ ਨੇ, ਗੁਰੂ ਜੀ ਕਹਿੰਦੇ ਨੇ ਸੱਚੇ ਵਪਾਰੀਆਂ ਨੇ ਸਦਾ ਸਥਿਰ ਰਹਿਣ ਵਾਲਾ ਨਾਮ ਧਨ ਇਕੱਠਾ ਕੀਤਾ ਹੈ। ਸੱਚਾ ਅਮੋਲਕ ਨਾਮ ਵਿਹਾਜਿਆ ਹੈ। ਉਹ ਸੱਚ ਦੇ ਵਿੱਚ ਵਪਾਰੀ ਜਿਹੜੇ ਸੱਚਾ ਧਨ, ਗੁਣਾਂ ਦਾ ਧਨ, ਸ਼ੁਭ ਗੁਣਾਂ ਦਾ ਧਨ ਇਕੱਠਾ ਕਰਦੇ ਹਨ। ਅਸਲੀ ਧਨ ਹੀ ਸਾਡੇ ਕੋਲ ਚੰਗੇ ਗੁਣਾਂ ਦਾ ਹੋਣਾ ਚਾਹੀਦਾ ਹੈ, ਸ਼ੁਭ ਗੁਣਾਂ ਦਾ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਸਾਨੂੰ ਬਾਣੀ ਵਿੱਚ ਸਮਝਾਇਆ ਹੈ, ਨਾਨਕ ਔਗਣ ਜੇਤੜੇ ਤੇਤੇ ਗਣੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਮਹਾਰਾਜ ਕਹਿੰਦੇ ਨੇ ਚੰਗੇ ਗੁਣ ਹੀ ਸਾਡੇ ਭਰਾ ਹਨ, ਚੰਗੇ ਗੁਣ ਹੀ ਸਾਡੇ ਵੀਰ ਹਨ। ਸਤਿਗੁਰੂ ਜੀ ਤੇ ਇੱਥੋਂ ਤੱਕ ਸਮਝਾਉਂਦੇ ਨੇ, ਕਹਿੰਦੇ ਨੇ ਇਹ ਮਨੁੱਖ ਤੇਰੇ ਨਾਲ ਜਾਣੇ ਨੇ ਤੇਰੇ ਗੁਣ, ਕਿਉਂਕਿ ਸਾਡੇ ਅਸਲੀ ਸੱਜਣ ਗੁਣ ਹਨ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸਨ। ਉਹ ਅਸਲੀ ਗੁਣ ਸਾਡੇ ਸੱਜਣ ਨੇ, ਤੇ ਜਿੱਥੇ ਹਿਸਾਬ ਕਿਤਾਬ ਹੁੰਦਾ ਹੈ ਉੱਥੇ ਨਾਲ ਖੜਦੇ ਨੇ, ਸਾਡੇ ਨਾਲ ਖੜਦੇ ਨੇ। ਇਸ ਲਈ ਮਹਾਰਾਜ ਕਹਿੰਦੇ ਹਨ, ਸਚਿਆਰੀ ਸੱਚ ਦੇ ਵਣਜਾਰਿਆਂ ਨੇ ਸੱਚਾ ਧਨ ਇਕੱਠਾ ਕੀਤਾ ਹੈ। ਇਹ ਸੱਚਾ ਧਨ ਅਨਮੋਲ ਹੈ, ਇਸ ਦੀ ਕੋਈ ਕੀਮਤ ਨਹੀਂ ਹੈ। ਅਸੀਂ ਲੱਖਾਂ ਰੁਪਇਆ ਖਰਚ ਕੇ ਵੀ ਕਿਸੇ ਤੋਂ ਦਇਆ ਨਹੀਂ ਖਰੀਦ ਸਕਦੇ। ਅਸੀਂ ਲੱਖਾਂ ਰੁਪਇਆ ਖਰਚ ਕੇ ਵੀ ਕਿਸੇ ਤੋਂ ਨਿਮਰਤਾ ਨਹੀਂ ਲੈ ਸਕਦੇ। ਅਸੀਂ ਕਰੋੜਾਂ ਰੁਪਇਆ ਖਰਚ ਕੇ ਕਿਸੇ ਤੋਂ ਮਿੱਠ ਬੋਲਣਾ ਸੁਭਾਅ ਨਹੀਂ ਲੈ ਸਕਦੇ। ਮਹਾਰਾਜ ਕਹਿੰਦੇ ਨੇ ਇਹ ਤੇ ਸਤਿਗੁਰੂ ਦੇ ਪਾਸੋਂ ਹੀ ਪ੍ਰਾਪਤ ਹੋ ਸਕਦਾ ਹੈ। ਹਰ ਨਿਰਮਾਇਲ ਉਜਲੋ ਪਤ ਸਾਚੀ, ਸੱਚ ਬੋਲ। ਸੱਚ ਸਦਾ ਸਥਿਰ ਰਹਿਣ ਵਾਲਾ ਨਾਮ ਧਨ। ਨਿਰਮਾਇਲ ਪਵਿੱਤਰ, ਪਤ ਇੱਜ਼ਤ, ਉਜਲ ਤੇ ਪਵਿੱਤਰ ਪ੍ਰਭੂ ਦਾ ਨਾਮ ਖਟਿਆ ਹੈ। ਉਹਨਾਂ ਨੂੰ ਸੱਚੀ ਇੱਜ਼ਤ ਮਿਲਦੀ ਹੈ। ਪ੍ਰਭੂ ਦਾ ਸੱਚਾ ਮਿੱਠਾ ਆਦਰ ਵਾਲਾ ਬੋਲ ਮਿਲਦਾ ਹੈ। ਭਾਵ ਜਿਨ੍ਹਾਂ ਨੇ ਸੱਚਾ ਧਨ ਇਕੱਠਾ ਕੀਤਾ, ਜਿਨ੍ਹਾਂ ਨੇ ਗੁਣਾਂ ਵਾਲਾ ਧਨ ਇਕੱਠਾ ਕੀਤਾ, ਉਹਨਾਂ ਨੂੰ ਪਵਿੱਤਰ ਪਰਮਾਤਮਾ ਮਿਲ ਗਿਆ ਹੈ। ਕਿਉਂਕਿ ਪਰਮਾਤਮਾ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਕੋਲ ਇਹ ਗੁਣ ਨੇ, ਜਿਨ੍ਹਾਂ ਨੂੰ ਸਤਿਗੁਰੂ ਨੇ ਗੁਣਾਂ ਦਾ ਧਨ ਬਖਸ਼ਿਸ਼ ਕਰਤਾ ਹੈ। ਮਹਾਰਾਜ ਨੇ ਬਾਣੀ ਵਿੱਚ ਵੀ ਬਖਸ਼ਿਸ਼ ਕੀਤਾ ਹੈ, ਕਹਿਣ ਲੱਗੇ ਜਿਨ ਗੁਣ ਤਿੰਨ ਸੱਧ ਮਨ ਵਸੈ, ਔਗਣਵੰਤਿਆਂ ਦੂਰ। ਜਿਨ੍ਹਾਂ ਦੇ ਕੋਲ ਗੁਣ ਨੇ, ਸਤ, ਸੰਤੋਖ, ਧੀਰਜ, ਧਰਮ, ਵਿਚਾਰ ਇਤਿਆਦਿਕ ਚੰਗੇ ਗੁਣ ਨੇ, ਉਹਨਾਂ ਦੇ ਮਨ ਵਿੱਚ ਪਰਮਾਤਮਾ ਵਸਦਾ ਹੈ। ਪਰ ਜਿਨ੍ਹਾਂ ਕੋਲ ਚੰਗੇ ਗੁਣ ਨਹੀਂ, ਪਰਮਾਤਮਾ ਉਹਨਾਂ ਤੋਂ ਦੂਰ ਹੀ ਰਹਿੰਦਾ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਸੱਚੀ ਇੱਜ਼ਤ ਮਿਲਦੀ ਹੈ। ਉਹਨਾਂ ਨੂੰ ਉਹ ਸੱਚ ਸਰੂਪ ਪਰਮੇਸ਼ਰ ਵਾਹਿਗੁਰੂ ਜੀ ਦਾ ਪਿਆਰਾ ਬੋਲ ਮਿਲਦਾ ਹੈ, ਅਰਥਾਤ ਉਹਨਾਂ ਦੇ ਅੰਦਰ ਬੈਠਾ ਉਹ ਪਰਮਾਤਮਾ ਹੀ ਬੋਲਦਾ ਹੈ।
ਐਸੇ ਜਿਹੜੇ ਰੱਬੀ ਬੰਦੇ ਹਨ ਉਹਨਾਂ ਦੇ ਅੰਦਰੋਂ ਫਿਰ ਆਵਾਜ਼ ਆਉਂਦੀ ਹੈ, ਕਿਉਂਕਿ ਉਹਨਾਂ ਦੀ ਅਵਸਥਾ ਬਦਲ ਗਈ, ਉਹਨਾਂ ਦੀ ਸੋਚ ਬਦਲ ਗਈ, ਉਹਨਾਂ ਦੀ ਚਿਤਵਨੀ ਬਦਲ ਗਈ। ਹੁਣ ਉਹਨਾਂ ਦੀ ਅਵਸਥਾ ਕੀ ਬਣ ਗਈ? ਕਹਿੰਦੇ ਨੇ, ਸਾਜਨ ਮੀਤ ਸੁਜਾਨ ਤੂੰ, ਤੂੰ ਸਰਵਰ ਤੂੰ ਹੰਸ। ਹਜ਼ੂਰ ਕਹਿੰਦੇ ਨੇ, ਹੇ ਪਾਂਡੇ, ਤੂੰ ਵੀ ਮਨ ਦੀ ਪੱਟੀ ਉੱਤੇ ਗੋਪਾਲ ਦਾ ਨਾਮ ਲਿਖ ਤੇ ਉਸ ਅੱਗੇ ਇਉਂ ਅਰਦਾਸ ਕਰ, ਹੇ ਪ੍ਰਭੂ, ਤੂੰ ਹੀ ਸੱਚਾ ਸਿਆਣਾ ਸੱਜਣ ਮਿੱਤਰ ਹੈ, ਤੂੰ ਹੀ ਜਗਤ ਰੂਪ ਸਰੋਵਰ ਹੈ ਤੇ ਤੂੰ ਹੀ ਇਸ ਸਰੋਵਰ ਦਾ ਜੀਵ ਰੂਪ ਹੰਸ ਹੈ। ਭਾਵ, ਹੇ ਵਾਹਿਗੁਰੂ, ਸਭ ਕੁਝ ਤੂੰ ਹੀ ਤੂੰ ਹੋ ਰਿਹਾ ਹੈ। ਰਸਨਾ ਜਪਤੀ ਤੂੰ ਹੀ, ਮਾਤ ਗਰਭ ਤੁਮ ਹੀ ਪ੍ਰਤਪਾਲਕ, ਮ੍ਰਿਤ ਮੰਡਲ ਇੱਕ ਤੂੰ ਹੀ। ਬਸ ਤੂੰ ਹੀ ਤੂੰ ਹੋ ਰਿਹਾ ਹੈ। ਤੂੰ ਹੀ ਮੇਰਾ ਸੱਜਣ ਹੈ, ਤੂੰ ਹੀ ਮੇਰਾ ਮਿੱਤਰ ਹੈ, ਤੂੰ ਹੀ ਸਿਆਣਾ ਹੈ, ਤੂੰ ਹੀ ਸਰਵਰ ਹੈ, ਤੂੰ ਹੀ ਹੰਸ ਹੈ, ਤੂੰ ਹੀ ਸੰਸਾਰ ਹੈ ਔਰ ਤੂੰ ਹੀ ਸੰਸਾਰ ਦੇ ਵਿੱਚ ਜੀਵ ਰੂਪੀ ਹੰਸ ਹੈ। ਸਭ ਕੁਝ ਤੂੰ ਹੀ ਤੂੰ ਹੋ ਰਿਹਾ ਹੈ, ਤੂੰ ਹੀ ਤੂੰ ਹੋ ਰਿਹਾ ਹੈ। ਸਾਚਾ ਠਾਕੁਰ ਮਨ ਵਸੈ, ਹਉ ਬਲਿਹਾਰੀ ਤਿਸ ਮਨ। ਜਿਸ ਦੇ ਮਨ ਵਿੱਚ ਤਿਸ ਉਸ ਜੀਵ ਹੰਸ ਤੋਂ, ਮੈਂ ਸਦਕੇ ਹਾਂ ਉਸ ਹੰਸ ਤੋਂ ਜਿਸ ਦੇ ਮਨ ਵਿੱਚ ਸੱਚਾ ਠਾਕੁਰ ਵਸਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ। ਸੱਚੇ ਪਾਤਸ਼ਾਹ ਕਹਿੰਦੇ ਨੇ, ਐਸੇ ਰੱਬੀ ਬੰਦੇ ਤੋਂ ਮੈਂ ਬਲਿਹਾਰ ਹਾਂ ਜਿਸ ਦੇ ਮਨ ਵਿੱਚ ਉਹ ਪਰਮਾਤਮਾ ਵਸਦਾ ਹੈ। ਕਿਉਂਕਿ ਤਨ ਵਿੱਚ ਤੇ ਸਾਰਿਆਂ ਦੇ ਹੀ ਪਰਮਾਤਮਾ ਵਸਦਾ ਹੈ, ਸਰੀਰ ਵਿੱਚ ਤੇ ਸਾਰਿਆਂ ਦੇ ਹੀ ਪਰਮਾਤਮਾ ਵਸਦਾ ਹੈ, ਪਰ ਮਨ ਵਿੱਚ ਕਿਸੇ ਦੇ ਵਸਦਾ ਹੈ। ਨਾਮ ਨਿਧਾਨ ਅਪਾਰ, ਭਗਤਾਂ ਮਨ ਵਸੈ। ਬਾਤ ਉਦੋਂ ਬਣਦੀ ਹੈ ਜਦੋਂ ਪਰਮਾਤਮਾ ਮਨ ਵਿੱਚ ਵਸਦਾ ਹੈ। ਪਾਣੀ ਸਾਰੀ ਧਰਤੀ ਦੇ ਹੇਠਾਂ ਹੈ ਪਰ ਆਦ੍ਰਿਸ਼ਟ ਹੈ, ਉਸ ਨੂੰ ਅਸੀਂ ਵਰਤੋਂ ਵਿੱਚ ਨਹੀਂ ਲਿਆ ਸਕਦੇ। ਲੇਕਿਨ ਜਦੋਂ ਉਹੀ ਪਾਣੀ ਕਿਸੇ ਤਲਾਬ, ਕਿਸੇ ਖੂਹ ਆਦਿਕ ਦੇ ਵਿੱਚ ਦ੍ਰਿਸ਼ਟਮਾਨ ਹੁੰਦਾ ਹੈ ਤਾਂ ਕਿੰਨੇ ਕਾਸ ਵਾਰਦਾ ਹੈ। ਬਸ ਇਸੇ ਤਰ੍ਹਾਂ ਜਦੋਂ ਕਿਸੇ ਗੁਰਸਿੱਖ ਦੇ ਹਿਰਦੇ ਵਿੱਚ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਹਨ, ਜੇ ਪੁਰਖ ਨਦਰ ਨਾ ਆਵੇ ਤਿਸ ਕਾ ਕਿਆ ਕਰ ਕਹਿਆ ਜਾਏ, ਬਲਿਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ। ਜਿਸ ਦੇ ਹਿਰਦੇ ਵਿੱਚ ਪਰਮਾਤਮਾ ਪ੍ਰਗਟ ਹੋ ਗਿਆ ਹੈ, ਬਸ ਉਹ ਐਸਾ ਗੁਰਮੁਖ ਸੰਸਾਰ ਦਾ ਭਲਾ ਕਰਦਾ ਹੈ, ਐਸਾ ਮਹਾਂਪੁਰਖ ਸੰਸਾਰ ਦਾ ਭਲਾ ਕਰਦਾ ਹੈ। ਉਹ ਭਲਾ ਪੁਰਸ਼ ਹੋ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਨੇ, ਮੈਂ ਬਲਿਹਾਰ ਹਾਂ ਉਸ ਤੋਂ, ਮੈਂ ਸਦਕੇ ਹਾਂ ਉਸ ਤੋਂ। ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ, ਜਿਸ ਗੋਪਾਲ ਨੇ, ਹੇ ਪਾਂਡੇ, ਉਸ ਗੋਪਾਲ ਨੂੰ ਚੇਤੇ ਰੱਖ ਜਿਸ ਨੇ ਮੋਹਣੀ ਮਾਇਆ ਦੀ ਮਮਤਾ ਜੀਵਾਂ ਨੂੰ ਲਾ ਦਿੱਤੀ ਹੈ। ਭਾਵ, ਜਿਸ ਪਰਮਾਤਮਾ ਨੇ ਇਹ ਮਾਇਆ ਦੀ ਮਮਤਾ ਸੰਸਾਰ ਨੂੰ ਚਮੇੜ ਦਿੱਤੀ ਹੈ, ਹੇ ਪਾਂਡੇ, ਤੂੰ ਉਸ ਪਰਮਾਤਮਾ ਨੂੰ ਯਾਦ ਰੱਖ। ਅਰਥਾਤ ਤੂੰ ਮਾਇਆ ਦੀ ਮਮਤਾ ਵਿੱਚ ਫਸਣ ਦੀ ਬਜਾਏ ਤੂੰ ਉਸ ਪਰਮਾਤਮਾ ਨਾਲ ਜੁੜ, ਉਸ ਨਿਰੰਕਾਰ ਨਾਲ ਜੁੜ। ਕਿਉਂਕਿ ਮਹਾਰਾਜ ਗੁਰੂ ਅਮਰਦਾਸ ਜੀ ਸਮਝਾਉਂਦੇ ਨੇ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਬਰੇ, ਜਿਹਨੇ ਸੱਚ ਨਾਮ ਚਿਤ ਲਾਇਆ। ਤੂੰ ਗੁਰਮੁਖਾਂ ਦੀ ਕਤਾਰ ਵਿੱਚ ਖੜ, ਤੂੰ ਗੁਰਮੁਖਾਂ ਦੀ ਸ਼੍ਰੇਣੀ ਵਿੱਚ ਚੱਲ, ਤੂੰ ਮਨਮੁਖਾਂ ਦੀ ਸ਼੍ਰੇਣੀ ਵਿੱਚ ਨਾ, ਤੂੰ ਮਨਮੁਖਾਂ ਦੀ ਕਤਾਰ ਵਿੱਚ ਨਾ ਖੜ ਜਿਨ੍ਹਾਂ ਨੂੰ ਇਹ ਮਾਇਆ ਦੀ ਮਮਤਾ ਖਾ ਗਈ। ਤੂੰ ਗੁਰਮੁਖਾਂ ਦੀ ਕਤਾਰ ਵਿੱਚ ਆ, ਤੂੰ ਗੁਰਮੁਖਾਂ ਦੀ ਸੰਗਤ ਵਿੱਚ ਆ ਜਿਨ੍ਹਾਂ ਨੇ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਨਾਲ ਚਿੱਤ ਜੋੜਿਆ ਹੈ। ਹਜ਼ੂਰ ਆਖਰੀ ਤੁਕ ਵਿੱਚ ਆਖਦੇ ਨੇ, ਵਿਖਿਆ ਅੰਮ੍ਰਿਤ ਏਕ ਹੈ, ਬੂਝੈ ਪੁਰਖ ਸੁਜਾਨ। ਵਿਖਿਆ ਮਾਇਆ ਏਕ, ਸਿਰਫ ਜਿਸ ਕਿਸੇ ਨੇ ਉਸ ਸੁਜਾਨ ਪੁਰਖ ਨੂੰ, ਪਰਮਾਤਮਾ ਨੂੰ ਸਮਝ ਲਿਆ ਹੈ, ਉਸ ਲਈ ਸਿਰਫ ਨਾਮ ਅੰਮ੍ਰਿਤ ਹੀ ਮਾਇਆ ਹੈ। ਭਾਵ, ਜਿਸ ਨੇ ਉਸ ਪਰਮਾਤਮਾ ਨੂੰ ਸਮਝ ਲਿਆ ਕਿ ਸਭ ਕੁਝ ਕਰਨ ਕਰਾਵਨ ਹਾਰ ਉਹ ਪਰਮਾਤਮਾ ਹੀ ਹੈ, ਬਸ ਉਹਦੇ ਵਾਸਤੇ ਪਰਮਾਤਮਾ ਹੀ ਇਹ ਮਾਇਆ ਹੈ। ਭਾਵ ਵਰਤਣ ਵਲੇਵਾ ਹੈ। ਜਿਵੇਂ ਦੁਨਿਆਵੀ ਤੌਰ ਤੇ ਅਸੀਂ ਸੋਚਦੇ ਹਾਂ ਕਿ ਸਭ ਕੁਝ ਮਾਇਆ ਹੀ ਹੈ, ਜੋ ਕੁਝ ਹੋ ਸਕਦਾ ਮਾਇਆ ਨਾਲ ਹੀ ਹੋ ਸਕਦਾ, ਤੇ ਜੀਵ ਮਾਇਆ ਪਿੱਛੇ ਹੀ ਭਟਕਦਾ ਫਿਰਦਾ ਹੈ। ਪਰ ਉਹਨਾਂ ਗੁਰਮੁਖਾਂ ਨੂੰ, ਉਹਨਾਂ ਗੁਰਸਿੱਖਾਂ ਨੂੰ, ਉਹਨਾਂ ਰੱਬੀ ਬੰਦਿਆਂ ਨੂੰ ਸਮਝ ਪੈ ਜਾਂਦੀ ਹੈ ਕਿ ਨਹੀਂ, ਮਾਇਆ ਤੋਂ ਉੱਪਰ ਹੈ ਪਰਮਾਤਮਾ। ਸੰਸਾਰ ਵਿੱਚ ਜੋ ਕੁਝ ਹੋ ਰਿਹਾ ਉਹ ਪਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ, ਉਹ ਪਰਮਾਤਮਾ ਦੀ ਰਜ਼ਾ ਵਿੱਚ ਹੋ ਰਿਹਾ। ਇਸ ਲਈ ਉਹਨਾਂ ਮਹਾਂਪੁਰਖਾਂ ਦਾ ਵਰਤਣ ਵਲੇਵਾ ਪਰਮਾਤਮਾ ਦਾ ਨਾਮ ਹੀ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਹਨ, ਅਬਿਨਾਸ਼ੀ ਜੀਵਨ ਕੋ ਦਾਤਾ
ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕਉ ਬਰਤਨ, ਬਿਰਲਾ ਪਾਵੇ ਕੋਈ। ਉਹ ਗੁਣਾਂ ਦਾ ਖਜ਼ਾਨਾ ਪਰਮਾਤਮਾ ਦਾ ਨਾਮ, ਮਹਾਰਾਜ ਕਹਿੰਦੇ ਨੇ ਭਗਤਾਂ ਨੂੰ ਵਰਤਨ ਵਲੇਵਾ ਮਿਲ ਜਾਂਦਾ ਹੈ। ਉਹ ਨਾਮ ਦੇ ਆਸਰੇ ਹੋ ਜਾਂਦੇ ਹਨ, ਨਾਮ ਦੇ ਸਹਾਰੇ ਤੇ ਹੋ ਜਾਂਦੇ ਹਨ। ਸਤਿਗੁਰੂ ਜੀ ਨੇ ਇਸ ਦੂਸਰੇ ਪਦ ਵਿੱਚ ਸਾਨੂੰ ਸਮਝਾਇਆ ਹੈ ਕਿ ਹੇ ਭਾਈ, ਦੁਨਿਆਵੀ ਧਨ ਇਕੱਠਾ ਕਰਕੇ ਝੂਠੇ ਸ਼ਾਹ ਨਾ ਬਣੋ। ਜੇ ਸੱਚੇ ਸ਼ਾਹ ਬਣਨਾ ਹੈ ਤੇ ਉਹ ਰੱਬੀ ਗੁਣਾਂ ਨੂੰ ਸਤਿਗੁਰੂ ਪਾਸੋਂ ਹਾਸਲ ਕਰੋ ਤੇ ਸੱਚੇ ਸ਼ਾਹ ਬਣੋ, ਸੰਸਾਰ ਦਾ ਭਲਾ ਕਰੋ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਵਿੱਚ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ